ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਹੈ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਪਿਰਤੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਫੌਲਰ, ਸੁਖਵਿੰਦਰ ਸਿੰਘ, ਜਸਵੀਰ ਕੌਰ ਪ੍ਰੀਮੋਟ, ਲਾਲੀ ਸਿੱਧੂ, ਰਣਵੀਰ ਸਿੰਘ ਰਾਣਾ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ ਬੇਕਰਸਫੀਲਡ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਜੀ ਗੱਲ ਕਰਦੇ ਹਾਂ, ਜਿਸ ਤਰ੍ਹਾਂ ਹੁਣ ਪੋਲੀਟੀਸ਼ੀਅਨ ਆ ਇਹ ਤੁਰੇ ਫਿਰਦੇ ਆ ਵੋਟਾਂ ਮੰਗਣ ਦੇ ਲਈ, ਵਾਅਦਿਆਂ ਤੋਂ ਭੱਜੇ ਹੋਏ ਆ, ਪਰ ਲੋਕਾਂ ਨੇ ਦਰਵਾਜ਼ੇ ਬੰਦ ਕੀਤੇ। ਬਿਲਕੁਲ ਜੀ, ਇਸ ਵਾਰੀ ਇਹ ਪਹਿਲੀ ਵਾਰੀ ਆ ਕਿ ਕੁਛ ਜਿਹੜਾ ਜੀ ਉਹ ਵੱਖਰਾ ਪੰਜਾਬ ਦੇ ਵਿੱਚ ਦਿਖ ਰਿਹਾ। ਵਕਤ ਤੇ ਤੁਸੀਂ ਕਹ ਲਓ ਕਿ ਵੋਟਰਾਂ ਦੀ ਸਮਝ ਜਿਹੜੀ ਆ ਉਹ ਕਿਤੇ ਨਾ ਕਿਤੇ ਇਸ ਵਾਰੀ ਟਰਨ ਕਰਨ ਲੱਗੀ ਆ। ਵੋਟਰਾਂ ਨੂੰ ਉੱਲੂ ਬਣਾ ਕੇ ਵੋਟਾਂ ਬਟੋਰਨ ਵਾਲਿਆਂ ਨੂੰ ਹੁਣ ਜਿਹੜਾ ਉਹ ਉੱਲੂ ਬਾਟੇ ਬਣਨਾ ਪੈਣ ਡਿਆ। ਪਿਛਲੇ ਚੋਣ ਵਾਅਦੇ ਪੂਰੇ ਨਾ ਕਰਨ ਕਰਕੇ ਲੀਡਰਾਂ ਨੂੰ ਘੇਰ ਕੇ ਸਵਾਲ ਪੁੱਛਣ ਲੱਗੇ ਨੇ ਲੋਕ। ਹਲਕਾ ਜੈਤੋ ਦੇ ਪਿੰਡ ਘਣੀਆਂ, ਰਾਮੇਆਣਾ, ਢਿੱਲਵਾਂ ਕਲਾਂ, ਬਰਗਾੜੀ, ਖੱਚੜਾ, ਰੋੜੀ, ਕਪੂਰਾ, ਇੱਥੇ ਜਿਹੜੇ ਵੋਟਰ ਨੇ ਉਹ ਜਥੇਬੰਦ ਹੋਏ ਔਰ ਥਾਂ ਥਾਂ ਦੇ ਉੱਤੇ ਉਮੀਦਵਾਰਾਂ ਨੂੰ ਘੇਰਿਆ। ਅਕਾਲੀ ਦਲ ਦੇ ਗੁਲਦਾਰ ਸਿੰਘ ਰਣੀਕੇ, ਕਾਂਗਰਸ ਦੇ ਮੁਹੰਮਦ ਸਦੀਕ, ਆਮ ਆਦਮੀ ਪਾਰਟੀ ਦੇ ਪ੍ਰੋਫੈਸਰ ਸਾਧੂ ਸਿੰਘ, ਪੰਜਾਬ ਜਮਹੂਰੀ ਗੱਠਜੋੜ ਦੇ ਮਾਸਟਰ ਬਲਦੇਵ ਸਿੰਘ ਨੂੰ ਲੋਕਾਂ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪਿਆ। ਇਹਨਾਂ ਸਵਾਲਾਂ ਜਵਾਬਾਂ ਦਾ ਸਿਲਸਿਲਾ ਆਮ ਤੌਰ ਦੇ ਉੱਤੇ ਜਜ਼ਬਾਤੀ ਛੱਲਾਂ ਦੇ ਮੋਢੇ ਚੜ੍ਹ ਕੇ ਜਿਹੜਾ ਉਹ ਲੋਕ ਨੇ, ਲੋਕਾਂ ਦੇ ਤਿੱਖੇ ਪ੍ਰਸ਼ਨ ਜਿਹੜੇ ਨੇ ਉਹ ਆਗੂਆਂ ਨੂੰ ਜਿਹੜਾ ਉਹ ਕੁਝ ਸਮੇਂ ਦੇ ਵਾਸਤੇ ਮੁਸ਼ਕਲ ਦੇ ਵਿੱਚ ਤਾਂ ਜਿਹੜੇ ਆ ਉਹ ਪਾ ਦਿੰਦੇ ਆ। ਫਰੀਦਕੋਟ ਦੇ ਵਿੱਚ ਹਾਲਾਤ ਇਹ ਨੇ ਕਿ ਇੱਥੇ ਕੁਝ ਚੌਂਕਾਂ ਦੇ ਉੱਤੇ ਇੱਕ ਵੱਡੀਆਂ ਹੋਰਡਿੰਗਸ ਜਿਹੜੀਆਂ ਉਹ ਲਾਈਆਂ ਗਈਆਂ ਨੇ। ਇਹ ਫਲੈਕਸ ਜਿਹੜੇ ਆ ਇਸ ਤਰ੍ਹਾਂ ਲਾਏ ਗਏ ਜਿਨ੍ਹਾਂ ਦੇ ਵਿੱਚ ਵਾਅਦਾ ਖਿਲਾਫੀ ਕਰਨ ਵਾਲੇ ਪਾਰਟੀਆਂ ਦੇ ਨੇਤਾਵਾਂ ਨੂੰ ਪਿੰਡਾਂ ਦੇ ਵਿੱਚ ਵੜਨ ਦੇ ਵਿਰੁੱਧ ਚੇਤਾਵਨੀ ਦਿੱਤੀ ਗਈ ਆ। ਰੋੜੀ, ਕਪੂਰਾ, ਮੜਾਕ, ਸੂਰਘੋਰੀ, ਰਾਮੇਆਣਾ, ਘਣੀਆਂ, ਇਹ ਦਰਜਨ ਪਿੰਡ ਨੇ ਜਿਨ੍ਹਾਂ ਦੇ ਉੱਤੇ ਇਹ ਬੋਰਡ ਵੇਖਣ ਨੂੰ ਮਿਲ ਰਹੇ ਆ। ਇਹਨਾਂ ਨੂੰ ਇਹ ਕਿਹਾ ਗਿਆ ਕਿ ਪਹਿਲਾਂ ਪਿਛਲੇ ਕੀਤੇ ਹੋਏ ਵਾਅਦਿਆਂ ਦੇ ਜਵਾਬ ਲੈ ਕੇ ਆਉਣਾ, ਫਿਰ ਇਹਨਾਂ ਪਿੰਡਾਂ ਦੇ ਵਿੱਚ ਵੜਨਾ। ਹਾਲਾਤ ਜਿਹੜੇ ਆ ਜੀ ਇਹ ਬਣ ਰਹੇ ਆ ਕਿ ਜਿੰਨੇ ਕੁ ਨੇਤਾ ਨੇ ਇਹ ਈਵਨ ਬਲਜਿੰਦਰ ਕੌਰ ਜਿਹੜੇ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਵੱਲੋਂ ਚੋਣ ਲੜ ਰਹੇ ਆ, ਕੱਲ ਉਹਨਾਂ ਨੂੰ ਨਿਰੁੱਤਰ ਹੋਣਾ ਪਿਆ ਜਦੋਂ ਇੱਕ ਨੌਜਵਾਨ ਨੇ ਇਹ ਗੱਲ ਪੁੱਛੀ ਕਿ ਤੁਸੀਂ ਆਪਣੇ ਵਿਆਹ ਦੇ ਉੱਤੇ ਬਾਦਲਕਿਆਂ ਨੂੰ ਸੱਦ ਲਿਆ, ਕੈਪਟਨ ਦੇ ਘਰੇ ਸ਼ਗਨ ਦੇਣ ਚਲੇ ਗਏ, ਅਸੀਂ ਪਿੰਡਾਂ ਦੇ ਵਿੱਚ ਵੈਰ ਪਵਾ ਲਏ। ਉਹਨੂੰ ਇਹਨਾਂ ਕਿਸੇ ਸਵਾਲਾਂ ਦਾ ਜਵਾਬ ਜਿਹੜਾ ਸੀਗਾ ਜੀ ਉਹ ਨਹੀਂ ਆਇਆ। ਦੋ ਤਰੀਕੇ ਨੇ, ਜਾਂ ਤਾਂ ਇਹ ਨੇਤਾ ਚੁੱਪ ਕਰ ਜਾਂਦੇ ਆ ਜਾਂ ਉੱਥੋਂ ਖਿਸਕ ਜਾਂਦੇ ਆ, ਜਾਂ ਇਹਨਾਂ ਦੇ ਸਿਕਿਉਰਿਟੀ ਵਾਲੇ ਤੇ ਨਾਲ ਦੇ ਜਿਹੜੇ ਫੀਲੇ ਆ ਉਹ ਕੁੱਟ ਕਟਾਪਾ ਕਰਦੇ ਆ। ਜਿੰਨਾ ਕੁੱਟ ਕਟਾਪਾ ਹੋ ਰਿਹਾ ਲੋਕਾਂ ਦਾ, ਜਿੰਨਾ ਉਹਨਾਂ ਦਾ ਵਿਰੋਧ ਹੋ ਰਿਹਾ, ਓਨੀ ਤੇਜ਼ੀ ਦੇ ਨਾਲ ਲੋਕ ਜਿਹੜਾ ਉਹ ਨਿਕਲ ਕੇ ਸਾਹਮਣੇ ਆ ਰਹੇ ਆ ਔਰ ਸਵਾਲ ਜਿਹੜੇ ਆ ਉਹ ਕਰ ਰਹੇ ਆ। ਬਿਕਰਮ ਸਿੰਘ ਮਜੀਠੀਆ ਨੂੰ ਕੱਲ ਬਹੁਤ ਵੱਡੇ ਵਿਰੋਧ ਦਾ ਸਾਹਮਣਾ ਜਿਹੜਾ ਉਹ ਬਠਿੰਡਾ ਹਲਕੇ ਦੇ ਵਿੱਚ ਕਰਨਾ ਪਿਆ। ਜਦੋਂ ਉਹ ਬੋਲਣ ਲੱਗਿਆ, ਜਿੰਨਾ ਇਕੱਠ ਸੀਗਾ ਪਿਛਲੇ ਪਾਸੇ ਤੋਂ ਜਿਉਂ ਉੱਠਦਾ ਪੂਰੇ ਦਾ ਪੂਰਾ ਪੰਡਾਲ ਉੱਠ ਖੜਾ ਹੋਇਆ ਤੇ ਉਹਨਾਂ ਨੇ ਨਾਅਰੇਬਾਜ਼ੀ ਜਿਹੜੀ ਸੀ ਉਹ ਕਰਤੀ। ਇਹਨਾਂ ਨੇਤਾਵਾਂ ਨੂੰ ਤੇ ਇਹਨਾਂ ਨੂੰ ਜਾਣਕਾਰੀ ਦੇਣ ਵਾਲੇ ਜਿਹੜੇ ਸੀਗੇ ਇਹਨਾਂ ਦੇ ਬੰਦੇ, ਉਹਨਾਂ ਨੂੰ ਇਹ ਪਤਾ ਹੀ ਨਾ ਲੱਗਿਆ ਕਿ ਕਿਹੋ ਜਿਹੀ ਵਿਉਂਤ ਲੋਕਾਂ ਨੇ ਉੱਥੇ ਇਹਦਾ ਵਿਰੋਧ ਕਰਨ ਦੇ ਵਾਸਤੇ ਘੜੀ ਹੋਈ ਸੀ ਜੀ। ਚਲੋ, ਜਿਹੜੀ ਬਹੁਤ ਦੇਰ ਤੋਂ ਉਡੀਕਦੇ ਸੀ ਕਿ ਲੋਕਾਂ ਨੂੰ ਸਵਾਲ ਕਰਨੇ ਆਉਣੇ ਚਾਹੀਦੇ ਆ, ਉਹ ਤਾਂ ਸ਼ੁਰੂਆਤ ਹੋਈ ਹੈ ਨਾ। ਤੇ ਅੱਗੇ ਗੱਲ ਕਰਦੇ ਹਾਂ ਅਕਾਲੀ ਦਲ ਦੀ। ਬਠਿੰਡੇ ਦੇ ਵਿੱਚ ਜੇ ਗੱਲ ਕਰੀਏ ਸਪੈਸ਼ਲੀ, ਉੱਥੇ ਮੁਕਾਬਲਾ ਬੜਾ ਸਖਤ ਆ ਤੇ ਉਹਨਾਂ ਨੂੰ ਰਾਸ ਆ ਰਿਹਾ ਆ ਅਮਰਿੰਦਰ ਸਿੰਘ ਦਾ ਮਿੱਠਾ ਸੁਰ। ਕਿਉਂਕਿ ਆਪਾਂ ਕੱਲ ਵੀ ਗੱਲ ਕੀਤੀ ਸੀਗੀ, ਲੋਕਾਂ ਦੇ ਵਿੱਚ ਇਹ ਪਰਸੈਪਸ਼ਨ ਜਿਹੜੀ ਆ ਉਹ ਹੋਰ ਜ਼ਿਆਦਾ ਤੇਜ਼ ਹੋਣ ਲੱਗੀ ਆ। ਹੈਗੀ ਤਾਂ ਪਹਿਲਾਂ ਹੀ ਸੀਗੀ, ਹੁਣ ਪ੍ਰਚੰਡ ਹੋ ਗਈ। ਤੁਸੀਂ ਇਹ ਕਹਿ ਲਓ ਜਿਸ ਤਰੀਕੇ ਦੇ ਨਾਲ ਬਠਿੰਡੇ ਦੇ ਵਿੱਚ ਠੰਡਾ ਗੇੜਾ ਲਾ ਕੇ ਕੈਪਟਨ ਅਮਰਿੰਦਰ ਸਿੰਘ ਹੋਰੀ ਪਰਤੇ ਆ, ਉਹ ਪੁਰਾਣੇ ਰੌਂ ਦੇ ਵਿੱਚ ਨਹੀਂ ਦਿਸੇ। ਹਾਲਾਂਕਿ ਰਾਜਾ ਵੜਿੰਗ ਤਿੱਖੀਆਂ ਸੁਰਾਂ ਜਿਹੜੀਆਂ ਉਹ ਜ਼ਰੂਰ ਉੱਥੇ ਕੱਢ ਰਹੇ ਆ, ਲੋਕਾਂ ਨੂੰ ਉਹ ਚੰਗੀਆਂ ਵੀ ਕਿਤੇ ਨਾ ਕਿਤੇ ਲੱਗ ਰਹੀਆਂ ਨੇ। ਪਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਠੰਡੇ ਥਾਰ ਉੱਧਰੋਂ ਜਿਹੜਾ ਜੀ ਉਹ ਪਰਤ ਆਉਣਾ, ਇਹ ਅਕਾਲੀ ਦਲ ਨੂੰ ਰਾਸ ਆ ਰਿਹਾ। ਅਕਾਲੀ ਦਲ ਕੋਈ ਸਮਾਂ ਜਿਹੜਾ ਜੀ ਉਹ ਖੁੰਝਾ ਨਹੀਂ ਰਿਹਾ। ਉਹਨੇ ਆਪਣੇ ਬੱਚੇ ਤੱਕ ਜਿਹੜੇ ਆ ਇਸ
ਚੋਣ ਮੁਹਿੰਮ ਦੇ ਵਿੱਚ ਠੱਲ ਦਿੱਤੇ ਆ, ਜਦੋਂ ਕਿ ਕਾਂਗਰਸ ਔਰ ਕੈਪਟਨ ਅਮਰਿੰਦਰ ਸਿੰਘ ਹੋਰੀ ਉਹਨਾਂ ਦੇ ਜਿਹੜੇ ਮੇਨ ਬੁਲਾਰੇ ਆ ਉਹਨਾਂ ਨੂੰ ਪੰਜਾਬ ਦੇ ਵਿੱਚ ਇੱਕ ਕਿਸਮ ਦੇ ਨਾਲ ਇਹ ਕਹਿ ਲਓ ਕਿ ਆਉਣ ਨਹੀਂ ਦੇ ਰਹੇ। ਜਿਹੜੇ ਇਹਨਾਂ ਨੂੰ ਘੇਰਦੇ ਆ ਬਾਦਲਾਂ ਨੂੰ, ਉਹਦੇ ਵਿੱਚ ਖਾਸ ਤੌਰ ਦੇ ਉੱਤੇ ਨਵਜੋਤ ਸਿੰਘ ਸਿੱਧੂ ਸ਼ਾਮਲ ਨੇ। ਨਵਜੋਤ ਸਿੰਘ ਸਿੱਧੂ ਦੀਆਂ ਤਿੱਖੀਆਂ ਸੁਰਾਂ ਦਾ ਜਵਾਬ ਇਹਨਾਂ ਜਿਹੜੇ ਬਾਦਲ ਨੇ ਉਹਨਾਂ ਦੇ ਕੋਲੇ ਨਹੀਂ ਹੈ। ਜੇ ਤੁਸੀਂ ਇੱਕ ਦੇਖਿਆ ਹੋਵੇ ਪਿਛਲੇ ਦਿਨਾਂ ਤੋਂ ਕਿ ਜਿਹੜੇ ਬਾਦਲ ਪਰਿਵਾਰ ਹੈ ਉਹਦੇ ਮੈਂਬਰਾਂ ਦੇ ਵੱਲੋਂ ਸਿੱਧੂ ਦੇ ਉੱਤੇ ਕਿਸੇ ਕਿਸਮ ਦਾ ਕੋਈ ਨਿਸ਼ਾਨਾ ਨਹੀਂ ਲਾਇਆ ਜਾ ਰਿਹਾ। ਨਿਸ਼ਾਨਾ ਇਹਨਾਂ ਦੇ ਵੱਲੋਂ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੇ ਉੱਤੇ ਵੀ ਨਹੀਂ ਲਾਇਆ ਜਾ ਰਿਹਾ। ਬੇਸ਼ੱਕ ਮਨਪ੍ਰੀਤ ਸਿੰਘ ਬਾਦਲ ਹੋਰੀ ਬਠਿੰਡਾ ਦੇ ਵਿੱਚ ਸਰਗਰਮ ਨੇ, ਪਰ ਬਾਦਲ ਪਰਿਵਾਰ ਜਿਹੜਾ ਕਿ ਮਨਪ੍ਰੀਤ ਦੇ ਉੱਤੇ ਨਿਸ਼ਾਨਾ ਲਾਉਣ ਤੋਂ ਕਦੇ ਖੁੰਝਦਾ ਨਹੀਂ ਹੁੰਦਾ, ਉਹ ਇਸ ਵੇਲੇ ਮਨਪ੍ਰੀਤ ਦੇ ਮਾਮਲੇ ਦੇ ਉੱਤੇ ਠੰਡਾ ਨਜ਼ਰ ਆਉਂਦਾ। ਇਹ ਕਿਹਾ ਜਾ ਰਿਹਾ ਕਿ ਅਕਾਲੀ ਦਲ ਜਿਹੜਾ ਕਿ ਬੁਰੇ ਤਰੀਕੇ ਦੇ ਨਾਲ ਘਿਰਿਆ ਹੋਇਆ, ਬਾਈਬਲ ਕਲਾਂ ਗੋਲੀ ਕਾਂਡ ਔਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਜਿਹੜੀਆਂ ਘਟਨਾਵਾਂ ਨੇ ਉਹਨੂੰ ਲੈ ਕੇ ਉਹਦਾ ਬਾਹਰ ਨਿਕਲਣਾ ਔਖਾ ਹੋਇਆ ਪਿਆ। ਪਰ ਕੈਪਟਨ ਅਮਰਿੰਦਰ ਸਿੰਘ ਦੀ ਠੰਡੀ ਸੁਰ ਜਿਹੜੀ ਆ ਜੀ ਉਹ ਉਹਨੂੰ ਰਾਸ ਆਈ ਆ। ਆਮ ਆਦਮੀ ਪਾਰਟੀ ਕਿਉਂਕਿ ਜਿਹੜੀ ਤਿੱਖਾ ਉਹਦੇ ਵਿਰੁੱਧ ਪ੍ਰਚਾਰ ਕਰਦੀ ਸੀ, ਉਹ ਆਪ ਜਿਹੜੀ ਦੀ ਉਹ ਫਟ ਗਈ। ਉਹਦਾ ਜਿਹੜਾ ਹਾਸ਼ੀਏ ਦੇ ਉੱਤੇ ਚਲੇ ਜਾਣਾ ਅਕਾਲੀ ਦਲ ਨੂੰ ਰਾਸ ਆ ਰਿਹਾ। ਜਿਹੜੀ ਆਮ ਆਦਮੀ ਪਾਰਟੀ ਦਾ ਜਿਹੜਾ ਕਮਜ਼ੋਰ ਹੋਣਾ ਉਹ ਇਹਨਾਂ ਰਵਾਇਤੀ ਪਾਰਟੀਆਂ ਦੇ ਵਾਸਤੇ ਆਕਸੀਜਨ ਦਾ ਕੰਮ ਕਰ ਰਿਹਾ। ਸ਼ਾਇਦ ਇਸੇ ਕਰਕੇ ਕੈਪਟਨ ਅਮਰਿੰਦਰ ਸਿੰਘ ਹੋਰੀ ਹੁਣ ਤਿੱਖੀ ਸੁਰ ਅਕਾਲੀ ਦਲ ਦੇ ਵਾਸਤੇ ਨਹੀਂ ਜਿਹੜਾ ਦੀ ਵਰਤ ਰਹੇ, ਕਿਉਂਕਿ ਇਹ ਕਿਹਾ ਜਾਂਦਾ ਹੈ, ਪਰਸੈਪਸ਼ਨ ਲੋਕਾਂ ਦੇ ਵਿੱਚ ਬਣੀ ਹੋਈ ਆ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਚਾਹੁੰਦੇ ਨੇ ਕਿ ਅਕਾਲੀ ਦਲ ਜਿਉਂਦਾ ਰਹੇ। ਇਹ ਗੱਲ ਲੋਕਾਂ ਦੇ ਮਨਾਂ ਦੇ ਅੰਦਰ ਵੱਡੇ ਪੱਧਰ ਦੇ ਉੱਤੇ ਚੱਲਦੀ ਹੈ। ਉਹ ਸਮਝਦੇ ਆ ਕਿ ਆਮ ਆਦਮੀ ਪਾਰਟੀ ਕਮਜ਼ੋਰ ਹੋ ਗਈ, ਜਾਂ ਉਹਨੂੰ ਤੋੜ ਕੇ ਉਹਨੂੰ ਭੰਨ ਕੇ ਕੁਛ ਉਹਦੇ MLA ਨਾਲ ਲਿਜਾ ਕੇ ਉਹ ਰਹਿੰਦੀ ਖੂੰਦੀ ਕਸਰ ਜਿਹੜੀ ਆਮ ਆਦਮੀ ਪਾਰਟੀ ਦੀ ਕੱਢ ਦੇਣੀ ਚਾਹੁੰਦੇ ਨੇ, ਤੇ ਫਿਰ ਉਦੋਂ ਬਾਅਦ ਤਾਂ ਅਕਾਲੀ ਦਲ ਹੀ ਜਿਹੜਾ ਦੀ ਉਹ ਰਹਿ ਜਾਣਾ। ਲੋਕਾਂ ਦੇ ਕੋਲੇ ਕੋਈ ਚੋਇਸ ਨਹੀਂ ਰਹਿ ਜਾਣੀ ਇਹਨਾਂ ਰਵਾਇਤੀ ਪਾਰਟੀਆਂ ਦੇ ਨਾਲ ਤੁਰਨ ਤੋਂ, ਜਾਂ ਕਾਂਗਰਸ ਹੈ ਜਾਂ ਫਿਰ ਜਿਹੜਾ ਉਹ ਅਕਾਲੀ ਦਲ ਹੈ। ਨਵਜੋਤ ਸਿੰਘ ਸਿੱਧੂ ਨੂੰ ਬਾਹਰ ਕਿਉਂ ਰੱਖਿਆ ਜਾ ਰਿਹਾ, ਇਹ ਬਹੁਤੇ ਲੋਕਾਂ ਨੂੰ ਇਸ ਵੇਲੇ ਸਮਝ ਨਹੀਂ ਆ ਰਿਹਾ। ਇਹ ਕਿਹਾ ਜਾ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਵਿਰੋਧਤਾ ਕਰ ਰਹੇ ਆ। ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਉਹ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਦੇ ਵਾਸਤੇ ਨਹੀਂ ਆਉਣ ਦੇਣਾ ਚਾਹੁੰਦੇ। ਹਾਲਾਂਕਿ ਇਹ ਕਿਹਾ ਜਾ ਰਿਹਾ ਕਿ 12 ਜਾਂ 13 ਤਰੀਕ ਤੋਂ ਨਵਜੋਤ ਸਿੰਘ ਸਿੱਧੂ ਹੋਰੀ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਵਾਸਤੇ ਆਉਣਗੇ। ਜੇ ਨਵਜੋਤ ਸਿੰਘ ਸਿੱਧੂ ਹੋਰੀ ਮੁਲਕ ਦੇ ਦੂਜੇ ਸੂਬਿਆਂ ਦੇ ਵਿੱਚ ਇੰਨੇ ਫੇਮਸ ਨੇ, ਉੱਥੇ ਉਹ ਭੀੜਾਂ ਖਿੱਚ ਰਹੇ ਨੇ, ਨਰਿੰਦਰ ਮੋਦੀ ਹੋਰਾਂ ਤੱਕ ਨੂੰ ਉਹਨਾਂ ਨੇ ਵਕਤ ਪਾਇਆ ਹੋਇਆ, ਤੇ ਉਹ ਪੰਜਾਬ ਦੇ ਵਿੱਚ ਬਾਦਲਾਂ ਪ੍ਰਤੀ ਤਿੱਖੇ ਸੁਰ ਕਿਉਂ ਨਹੀਂ ਸੀ ਅਪਣਾ ਸਕਦੇ। ਖਾਸ ਤੌਰ ਦੇ ਉੱਤੇ ਕੁਝ ਸੀਟਾਂ ਜਿਹਦੇ ਵਿੱਚ ਬਠਿੰਡਾ, ਫਿਰੋਜ਼ਪੁਰ ਤੇ ਗੁਰਦਾਸਪੁਰ ਵਰਗੀਆਂ ਅਹਿਮ ਸੀਟਾਂ ਸ਼ਾਮਲ ਨੇ, ਇੱਥੋਂ ਲਿਆ ਕੇ ਉਹਨਾਂ ਨੂੰ ਪ੍ਰਚਾਰ ਕਿਉਂ ਨਹੀਂ ਕਰਾਇਆ ਜਾ ਰਿਹਾ। ਇਹ ਆਮ ਲੋਕਾਂ ਦੇ ਵਿੱਚ ਵੱਡੇ ਤੌਰ ਦੇ ਉੱਤੇ ਗੱਲ ਜਿਹੜੀ ਜੀ ਉਹ ਚੱਲ ਰਹੀ ਹੈ। ਜਿੱਥੇ ਲੋਕ ਸਵਾਲ ਕਰ ਰਹੇ ਆ ਨੇਤਾਵਾਂ ਨੂੰ, ਉੱਥੇ ਨਾਲ ਦੀ ਨਾਲ ਇਹਨਾਂ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਦੇ ਵਿੱਚ ਵੀ ਨੇ। ਬਹੁਤੇ ਲੋਕ ਹੁਣ ਸਮਝ ਰਹੇ ਆ ਜੀ ਕਿ ਅਸਲ ਦੇ ਵਿੱਚ ਪਰਦੇ ਪਿੱਛੇ ਇਹੋ ਜਿਹੀਆਂ ਕਹਾਣੀਆਂ ਜਿਹੜੀਆਂ ਉਹ ਚੱਲ ਰਹੀਆਂ ਨੇ। ਲੀਡਰਾਂ ਦੇ ਕੋਲੇ 17 ਮਿੰਟ ਤਾਂ ਛੱਡੋ, 7 ਮਿੰਟ ਵੀ ਨਹੀਂ ਹੁੰਦੇ ਕਿਸੇ ਦੇ ਨਾਲ ਗੱਲ ਕਰਨ ਦੇ ਵਾਸਤੇ, ਪਰ 17 ਘੰਟੇ ਬਠਿੰਡੇ ਦੇ ਹੋਟਲ ਦੇ ਵਿੱਚ ਆਰਾਮ ਕਰਦੇ ਰਹੇ ਜਾ ਕੇ ਕੈਪਟਨ ਅਮਰਿੰਦਰ ਸਿੰਘ ਹੋਰੀ, ਜਿਹੜਾ ਕਿ ਇਸ ਵੇਲੇ ਵੱਡੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਜੀ। ਤੇ ਅੱਗੇ ਗੁਜਰਾਤ ਦੇ ਕਿਸਾਨਾਂ ਦੀ ਜੇ ਗੱਲ ਕਰੀਏ ਤਾਂ ਉਹ ਨਰਿੰਦਰ ਮੋਦੀ ਦਾ ਵਿਰੋਧ ਕਰਨਗੇ ਪੰਜਾਬ ਦੇ ਵਿੱਚ। ਗੁਜਰਾਤ ਦੇ ਕਿਸਾਨਾਂ ਦੇ ਨਾਲ ਜੋ ਠੱਗੀ ਵੱਜੀ ਆ, ਜਾਂ ਜੋ ਜਿਹੜੀ ਵੱਜ ਰਹੀ ਆ ਇਸ ਵੇਲੇ ਠੱਗੀ, ਉਹਨਾਂ ਦੀ ਬਾਂਹ ਫੜਨ ਵਾਲਾ ਕੋਈ ਨੀਗਾ ਜੀ। ਜਦੋਂ 14 ਦੀਆਂ ਚੋਣਾਂ ਹੋਈਆਂ ਸੀਗੀਆਂ ਤਾਂ ਨਰਿੰਦਰ ਮੋਦੀ ਹੋਰਾਂ ਨੇ ਤੇ ਪੰਜਾਬ ਦੇ ਵਿੱਚ ਆ ਕੇ ਗੱਲ ਆਖੀ ਸੀਗੀ ਕਿ ਗੁਜਰਾਤ ਦੇ ਕਿਸਾਨਾਂ ਦੀ ਜ਼ਮੀਨ ਜਿਹੜੀ ਆ ਉਹਦੇ ਵੱਲ ਕੋਈ ਨਹੀਂ ਵੇਖੂਗਾ। ਸਰਕਾਰ ਨੇ ਸੁਪਰੀਮ ਕੋਰਟ ਤੋਂ ਕੇਸ ਵਾਪਸ ਨਹੀਂ ਲਿਆ। ਇਹਨਾਂ ਕਿਸਾਨਾਂ ਨੂੰ ਉੱਥੇ ਹੁਣ ਕਰਜ਼ਾ ਇਹਨਾਂ ਜ਼ਮੀਨਾਂ ਦੇ ਉੱਤੇ ਦੇਣ ਤੋਂ ਵੀ ਹੱਥ ਜਿਹੜੇ ਆ ਜੀ ਉਹ ਖੜੇ ਕਰ ਲਏ ਗਏ ਆ, ਤਾਂ ਕਿ ਕਿਸੇ ਤਰੀਕੇ ਦੇ ਨਾਲ ਇਹ ਕਿਸਾਨ ਇੱਥੋਂ ਨਿਕਲ ਜਾਣ। ਜਦੋਂ ਬਾਅਦ ਵਾਲੀ ਜੰਗ ਲੱਗੀ ਸੀ ਤਾਂ ਉਦੋਂ ਜੈ ਕਿਸਾਨ ਜੈ ਜਵਾਨ ਦੇ ਨਾਅਰੇ ਦੇ ਹੇਠ ਇਹਨਾਂ ਕਿਸਾਨਾਂ ਨੂੰ ਗੁਜਰਾਤ ਦੇ ਵਿੱਚ ਲਿਜਾ ਕੇ ਵਸਾਇਆ ਗਿਆ ਸੀਗਾ, ਤਾਂ ਕਿ ਇਹ ਉੱਥੇ ਜਿਹੜੀ ਵਾਹੀ ਕਰ ਸਕਣ। ਔਰ ਦੱਬਾਂ ਪੱਟ ਕੇ ਟੱਪਾਂ ਦੀਆਂ ਸਿਰੀਆਂ ਮਿੱਧ ਕੇ ਇਹਨਾਂ ਕਿਸਾਨਾਂ ਨੇ ਇਸ ਜ਼ਮੀਨ ਨੂੰ ਉਪਜਾਊ ਬਣਾ ਲਿਆ। ਜਦੋਂ ਇਹ ਉਪਜਾਊ ਬਣ ਗਈ ਤਾਂ ਮਹਿੰਗੀ ਹੋ ਗਈ। ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਰਕਾਰ ਗੁਜਰਾਤ ਦੀ ਸੀ, ਉਹਦੀ ਨਿਗਾਹ ਇਸ ਜ਼ਮੀਨ ਦੇ ਉੱਤੇ ਲੱਗ ਗਈ ਔਰ ਇਹਨਾਂ ਕਿਸਾਨਾਂ ਨੂੰ ਉਜਾੜਨ ਦੇ ਜਿਹੜੇ ਸੀ ਉਹ ਯਤਨ ਆਰੰਭ ਦਿੱਤੇ ਗਏ। ਯਤਨ ਵੀ ਐਸੇ ਆਰੰਭੇ ਕਿ ਤਕਰੀਬਨ ਉਜਾੜ ਦਿੱਤੇ ਗਏ। ਪ੍ਰਕਾਸ਼ ਸਿੰਘ ਬਾਦਲ ਹੋਰੀ ਕਈ ਵਾਰੀ ਨਰਿੰਦਰ ਮੋਦੀ ਹੋਰਾਂ ਦੇ ਕੋਲੇ ਗਏ, ਉਹਨਾਂ ਨੂੰ ਆਸ਼ੀਰਵਾਦ ਦੇਣ ਵੀ ਜਾਂਦੇ ਰਹੇ, ਪਰ
ਕਿਸਾਨ ਹਮਾਇਤੀ ਅਖਾਉਣ ਵਾਲੇ, ਕਿਸਾਨ ਹਤੈਸ਼ੀ ਅਖਵਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਕਦੇ ਵੀ ਇਹਨਾਂ ਗੁਜਰਾਤ ਦੇ ਕਿਸਾਨਾਂ ਦੀ ਗੱਲ ਨਰਿੰਦਰ ਮੋਦੀ ਹੋਰਾਂ ਦੇ ਨਾਲ ਨਹੀਂ ਕੀਤੀ। ਹੁਣ ਇਹ ਜਿਹੜੇ ਕਿਸਾਨ ਇਸ ਵੇਲੇ ਪੰਜਾਬ ਦੇ ਵਿੱਚ ਨੇ, ਉਹਨਾਂ ਨੇ ਇਹ ਕਿਹਾ ਕਿ ਜਦੋਂ ਨਰਿੰਦਰ ਮੋਦੀ ਹੋਰੀ ਬਠਿੰਡੇ ਦੇ ਵਿੱਚ ਆ ਰਹੇ ਨੇ ਇੱਥੇ ਹਰਸਿਮਰਤ ਕੌਰ ਬਾਦਲ ਦੇ ਵਾਸਤੇ, ਤਾਂ ਉਹ ਇਹਨਾਂ ਨਰਿੰਦਰ ਮੋਦੀ ਹੋਰਾਂ ਨੂੰ ਕਾਲੀਆਂ ਝੰਡੀਆਂ ਵਿਖਾਉਣਗੇ। ਇਹ ਪੰਜਾਬੀ ਕਿਸਾਨ ਜਿਹੜੇ ਗੁਜਰਾਤ ਦੇ ਨੇ, ਫਿਰੋਜ਼ਪੁਰ ਹਲਕੇ ਦੇ ਵਿੱਚ ਪੁੱਜਣੇ ਸ਼ੁਰੂ ਹੋ ਗਏ ਨੇ, ਜਿਨ੍ਹਾਂ ਨੇ ਬਠਿੰਡਾ ਹਲਕੇ ਦੇ ਵਿੱਚ ਵੋਟਰਾਂ ਦੇ ਨਾਲ ਗੱਲਬਾਤ ਕੀਤੀ, ਮੋਦੀ ਸਰਕਾਰ ਦੇ ਅਸਲ ਚਿਹਰੇ ਤੋਂ ਜਾਣੂ ਕਰਵਾਇਆ। ਗੁਰਦਾਸਪੁਰ ਦੇ ਵਿੱਚ ਵੀ ਇਹਨਾਂ ਦੀਆਂ ਟੋਲੀਆਂ ਜਿਹੜੀਆਂ ਉਹ ਫਿਰ ਰਹੀਆਂ ਨੇ। ਇੱਕ ਦੋ ਦਿਨਾਂ ਦੇ ਵਿੱਚ ਇਹ ਕਿਸਾਨ ਯੋਜਨਾਬੱਧ ਤਰੀਕੇ ਦੇ ਨਾਲ ਬਾਦਲਾਂ ਤੇ ਭਾਜਪਾ ਦੇ ਖਿਲਾਫ ਚੋਣ ਪ੍ਰਚਾਰ ਜਿਹੜਾ ਜੀ ਉਹ ਵਿੱਢਣਗੇ। ਇਹਨਾਂ ਨੇ 3 ਮਈ ਤੋਂ ਬਾਦਲਾਂ ਦੇ ਹਲਕਿਆਂ ਦੇ ਵਿੱਚ ਕੁੱਦਣਾ ਸੀਗਾ, ਪਰ ਨਰਿੰਦਰ ਮੋਦੀ ਹੋਰੀ 13 ਮਈ ਨੂੰ ਬਠਿੰਡੇ ਦੇ ਵਿੱਚ ਚੋਣ ਜਲਸੇ ਨੂੰ ਸੰਬੋਧਨ ਕਰ ਰਹੇ ਆ। ਗੁਜਰਾਤ ਦੇ ਕਿਸਾਨਾਂ ਦੇ ਆਗੂ ਦਾ ਇਹ ਕਹਿਣਾ ਹੈ ਕਿ 5 ਸਾਲ ਪਹਿਲਾਂ ਨਰਿੰਦਰ ਮੋਦੀ ਤੇ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਮੀਟਿੰਗ ਹੋਈ ਸੀ, ਜਿਹਦੇ ਵਿੱਚ ਗੁਜਰਾਤ ਦੇ ਪੰਜਾਬੀ ਕਿਸਾਨਾਂ ਦੇ ਮਸਲੇ ਫੌਰੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ। 5 ਸਾਲ ਬੀਤ ਗਏ, ਕਿਸੇ ਨੇ ਉਹਨਾਂ ਨੇ ਗੱਲ ਤੱਕ ਨਹੀਂ ਸੁਣੀ। ਉਹਨਾਂ ਨੇ ਇਹ ਕਿਹਾ ਕਿ ਅਕਾਲੀ ਦਲ ਨੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਦਰਕਿਨਾਰ ਕੀਤਾ। ਉਹ ਕਹਿੰਦੇ ਆ ਕਿ ਇਹ ਮੌਕਾ ਆ ਜਦੋਂ ਕਿ ਉਹ ਕਾਲੀਆਂ ਝੰਡੀਆਂ ਵਿਖਾ ਕੇ ਆਪਣਾ ਰੋਸ ਘੱਟੋ ਘੱਟ ਜਿਹੜਾ ਉਹ ਪ੍ਰਗਟ ਕਰ ਸਕਦੇ ਆ ਤੇ ਪੰਜਾਬ ਦੇ ਕਿਸਾਨਾਂ ਨੂੰ ਦੱਸ ਸਕਦੇ ਆ ਕਿ ਉਹਨਾਂ ਦੇ ਭਾਈ ਕਿਸਾਨਾਂ ਦੇ ਨਾਲ ਗੁਜਰਾਤ ਦੇ ਵਿੱਚ ਕਿੱਡਾ ਧੱਕਾ ਜਿਹੜਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਇੱਥੇ ਕੀਤਾ। ਇਹਨਾਂ ਨੂੰ ਇੱਥੋਂ ਉਜਾੜਿਆ ਜਿਹੜਾ ਉਹ ਜਾ ਰਿਹਾ। ਔਰ ਇਹ ਵੀ ਆਖਿਆ ਕਿ 5 ਸਾਲਾਂ ਦੇ ਵਿੱਚ 28 ਫੈਸਲੇ ਕਿਸਾਨ ਵਿਰੋਧੀ ਲਏ ਆ। ਕਿਸਾਨਾਂ ਦੀ ਕਰਜ਼ਾ ਮਾਫੀ ਦੀ ਥਾਂ ਦੇ ਉੱਤੇ 6 ਕਰੋੜ 35 ਲੱਖ ਦੇ ਕਾਰਪੋਰੇਟ ਘਰਾਣਿਆਂ ਦੇ ਕਰਜ਼ੇ ਜਿਹੜੇ ਆ ਜੀ ਉਹ ਮਾਫ ਕੀਤੇ ਆ। ਹੁਣ ਦੇਖਣਾ ਇਹੀ ਹੈ ਜੀ ਕਿ ਇਹ ਜਿਹੜੇ ਕਿਸਾਨ ਨੇ, ਇਹਨਾਂ ਦਾ ਜਿਹੜਾ ਰੋਸ ਹੈ ਉਹ ਕਿੱਦਾਂ ਕੁ ਵੱਡਾ ਹੁੰਦਾ ਤੇ ਇਹਨਾਂ ਨੇਤਾਵਾਂ ਦੇ ਕੰਨਾਂ ਤੱਕ ਪਹੁੰਚਦਾ ਜਾਂ ਨਹੀਂ। ਦੇਖੋ ਉਹਨਾਂ ਨੂੰ ਪਹੁੰਚਣ ਦਿੱਤਾ ਵੀ ਜਾਂਦਾ ਜਾਂ ਨਹੀਂ। ਤੇ ਅੱਗੇ ਹੁਣ ਫਿਰ ਵਿਰੋਧਾਂ ਦੀ ਫਿਰ ਇੱਕ ਹੋਰ ਗੱਲ ਕਰੀਏ। ਪਰਨੀਤ ਕੌਰ ਨੂੰ ਕਹਿੰਦੇ ਕਾਲੀਆਂ ਝੰਡੀਆਂ ਵੀ ਦਿਖਾਈਆਂ ਤਾਂ ਇੱਟਾਂ ਰੋੜੇ ਵੀ ਚੱਲੇ ਆ ਥਾਂ ਤੇ ਇਹ ਵਿਰੋਧ ਜਿਹੜਾ ਜੀ ਉਹ ਹੋ ਰਿਹਾ ਇੱਥੇ। ਇਹ ਪਰਨੀਤ ਕੌਰ ਹੋਰੇ ਜਿਹੜੇ ਕਿ ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਨੇ। ਇਹ ਹਲਕਾ ਟਕਰਾਣਾ ਦਾ ਪਿੰਡ ਹੈ ਕੁਲਾਰਾ, ਜਿਹਦੇ ਵਿੱਚ ਚੋਣ ਪ੍ਰਚਾਰ ਦੇ ਵਾਸਤੇ ਪਹੁੰਚੇ ਪਰਨੀਤ ਕੌਰ ਨੂੰ ਜਿਹੜਾ ਹਲਕਾ ਵਿਧਾਇਕ ਸੀ ਨਿਰਮਲ ਸਿੰਘ ਨੂੰ ਪਿੰਡ ਵਾਸੀਆਂ ਨੇ ਕਾਲੀਆਂ ਝੰਡੀਆਂ ਵਿਖਾਈਆਂ। ਔਰ ਇਸ ਸਮਾਗਮ ਦੇ ਪ੍ਰਬੰਧਕਾਂ ਤੇ ਪਿੰਡ ਵਾਸੀਆਂ ਦੇ ਵਿਚਾਲੇ ਤਕਰਾਰ ਵੱਧ ਗਈ। ਦੋਵਾਂ ਧਿਰਾਂ ਦੇ ਵਿਚਕਾਰ ਇੱਟਾਂ ਰੋੜੇ ਵੀ ਚੱਲੇ, ਜਿਹਦੇ ਨਾਲ 3 ਔਰਤਾਂ ਸਣੇ 4 ਬੰਦੇ ਜਿਹੜੇ ਉਹ ਜ਼ਖਮੀ ਹੋ ਗਏ। ਪਿੰਡ ਗੋਬਿੰਦ ਨਗਰ ਕਲਾਰਾਂ ਦੇ ਸਰਪੰਚ ਦੇ ਵੱਲੋਂ ਕਾਂਗਰਸੀ ਉਮੀਦਵਾਰ ਪਰਨੀਤ ਕੌਰ ਦੇ ਹੱਕ ਦੇ ਵਿੱਚ ਸਮਾਗਮ ਕੀਤਾ ਗਿਆ ਸੀਗਾ, ਪਰ ਪਿੰਡ ਦੇ ਹੀ ਦੂਜੇ ਧੜੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਿੰਡ ਵਾਸੀਆਂ ਨੇ ਪਰਨੀਤ ਕੌਰ ਦੇ ਸਮਾਗਮ ਦਾ ਵਿਰੋਧ ਕਰਦਿਆਂ ਹੋਇਆਂ ਇਹਨਾਂ ਨੂੰ ਕਾਲੀਆਂ ਝੰਡੀਆਂ ਜਿਹੜੀਆਂ ਸੀ ਉਹ ਵਿਖਾਉਣ ਦਾ ਫੈਸਲਾ ਜਿਹੜਾ ਜੀ ਉਹ ਲਿਆ। ਕਾਂਗਰਸੀ ਉਮੀਦਵਾਰ ਪਰਨੀਤ ਕੌਰ ਹਲਕਾ ਵਿਧਾਇਕ ਨਿਰਮਲ ਸਿੰਘ ਦੇ ਨਾਲ ਜਦੋਂ ਪਹੁੰਚੇ ਤਾਂ ਕਾਲੀਆਂ ਝੰਡੀਆਂ ਵਿਖਾਈਆਂ ਗਈਆਂ। ਸਮਾਗਮ ਖਤਮ ਹੋਇਆ ਤਾਂ ਸਮਾਗਮ ਦੇ ਪ੍ਰਬੰਧਕਾਂ ਤੇ ਵਿਰੋਧ ਕਰ ਰਹੇ ਪਿੰਡ ਵਾਸੀਆਂ ਦੇ ਵਿਚਾਲੇ ਤੂੰ ਮੈਂ ਸ਼ੁਰੂ ਹੋ ਗਈ। ਦੋਨਾਂ ਪਾਸਿਆਂ ਤੋਂ ਇੱਟਾਂ ਰੋੜੇ ਚੱਲਣੇ ਸ਼ੁਰੂ ਹੋ ਗਏ। ਪੁਲਿਸ ਨੇ ਲਾਠੀ ਚਾਰਜ ਕਰਕੇ ਲੋਕਾਂ ਨੂੰ ਖਿਲਾੜਿਆ। ਦੋਨਾਂ ਧਿਰਾਂ ਦੇ ਕੁਝ ਬੰਦਿਆਂ ਨੂੰ ਸੱਟਾਂ ਵੱਜੀਆਂ। ਸਮਾਣਾ ਦੇ ਹਸਪੀਟਲ ਤੇ ਪਟਿਆਲਾ ਦੇ ਹਸਪੀਟਲ ਦੇ ਵਿੱਚ ਇਹਨਾਂ ਨੂੰ ਦਾਖਲ ਕਰਵਾਇਆ ਗਿਆ। ਪਿੰਡ ਦੇ ਸਰਪੰਚ ਦਾ ਇਹ ਕਹਿਣਾ ਹੈ ਕਿ ਇਹ ਹੁੱਲੜਬਾਜ਼ੀ ਅਕਾਲੀਆਂ ਦੇ ਵੱਲੋਂ ਕੀਤੀ ਗਈ ਹੈ, ਜਿਹਦੇ ਵਿੱਚ ਬਾਹਰੋਂ ਆਏ ਹਥਿਆਰਬੰਦ ਲੋਕ ਜ਼ਿਆਦਾ ਗਿਣਤੀ ਦੇ ਵਿੱਚ ਜਿਹੜਾ ਜੀ ਉਹ ਦਾਖਲ ਸੀ। ਦੂਜੇ ਪਾਸੇ ਜਿਹੜੇ ਵਿਰੋਧ ਕਰ ਰਹੇ ਆ ਉਹ ਕਹਿੰਦੇ ਆ ਕਿ ਅਸਲ ਦੇ ਵਿੱਚ ਪਿੰਡ ਵਾਸੀ ਸ਼ਾਂਤਮਈ ਤਰੀਕੇ ਨਾਲ ਵਿਰੋਧ ਕਰ ਰਹੇ ਸੀਗੇ, ਪਰ ਹਰਦੀਪ ਸਿੰਘ ਨੇ ਪਹਿਲਾਂ ਬਾਹਰੋਂ ਜਿਹੜਾ ਜੀ ਉਹ ਗੁੰਡੇ ਬੁਲਾਏ ਹੋਏ ਸੀ ਜਿਨ੍ਹਾਂ ਨੇ ਉਹਨਾਂ ਦੇ ਉੱਤੇ ਹਮਲਾ ਕਰਤਾ। ਅਸਲ ਦੇ ਵਿੱਚ ਇਹ ਕਹਾਣੀ ਸਰਪੰਚੀ ਦੀ ਹੈ। ਹਾਂ, ਇਹ ਇੱਕ ਟ੍ਰੈਂਡ ਬਣ ਗਿਆ। ਜਦੋਂ ਅਕਾਲੀਆਂ ਦਾ ਵਿਰੋਧ ਹੋਵੇ ਉਹ ਕਹਿੰਦੇ ਕਾਂਗਰਸੀ ਆ, ਕਾਂਗਰਸੀਆਂ ਦਾ ਵਿਰੋਧ ਹੋਵੇ ਤਾਂ ਉਹ ਕਹਿੰਦੇ ਅਕਾਲੀ ਆ। ਇਹ ਕਾਂਗਰਸੀਆਂ ਦੇ ਹੀ ਬੰਦੇ ਆ। ਔਰ ਇਹ ਕਿਹਾ ਗਿਆ ਕਿ ਸਰਪੰਚੀ ਚੋਣਾਂ ਦੇ ਮੌਕੇ ਇੱਥੇ ਧੱਕਾ ਕੀਤਾ ਗਿਆ ਇਸ ਪਿੰਡ ਦੇ ਵਿੱਚ, ਔਰ ਜਬਰੀ ਸਰਪੰਚ ਜਿਹੜਾ ਸੀ ਉਹ ਬਣਾ ਦਿੱਤਾ ਗਿਆ। ਸਰਪੰਚੀ 'ਚ ਧੱਕੇ ਤਾਂ ਹੋਏ ਆ, ਉਹੀ ਜਿਹੜਾ ਜੀ ਸਾਰਾ ਕੁਝ ਸਾਹਮਣੇ ਇਸ ਵੇਲੇ ਆ ਰਿਹਾ। ਇਹ ਜਿਹੜਾ ਹਮਲਾ ਸੀਗਾ ਜੀ ਇਹ ਸਿਆਸੀ ਰੰਗਤ ਵੀ ਧਾਰਨ ਕਰਦਾ ਜਾ ਰਿਹਾ। ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਅਕਾਲੀ ਦਲ ਦੇ ਉਮੀਦਵਾਰ ਨੇ ਹਸਪੀਟਲ ਦੇ ਵਿੱਚ ਜਾ ਕੇ ਇਹਨਾਂ ਜ਼ਖਮੀਆਂ ਦਾ ਹਾਲ ਚਾਲ ਜਿਹੜਾ ਜੀ ਉਹ ਪੁੱਛਿਆ। ਇਹ ਸਰਪੰਚੀ ਚੋਣਾਂ ਦੇ ਮੌਕੇ ਦੇ ਉੱਤੇ ਪਈਆਂ ਹੋਈਆਂ ਦੁਸ਼ਮਣੀਆਂ ਨੇ ਜਿਹੜੀਆਂ ਕਿ ਸਾਹਮਣੇ ਆ ਰਹੀਆਂ ਨੇ। ਮਤਲਬ ਇਹ ਕਿ ਜਿਹੜੇ ਨੇਤਾ ਨੇ, ਚਾਹੇ ਉਹ ਸਰਪੰਚ ਨੇ ਚਾਹੇ ਉਹ ਹੋਰ ਨੇ ਜੀ, ਉਹ ਕਿਸੇ ਨੂੰ ਵਿਰੋਧ ਵੀ ਨਹੀਂ ਕਰਨ ਦੇਣਾ ਚਾਹੁੰਦੇ। ਜੇ ਕਾਲੀਆਂ ਝੰਡੀਆਂ ਦੇ ਨਾਲ ਵਿਰੋਧ ਕਰਦੇ ਆ
ਤੇ ਉਹ ਭਾੜੇ ਤੇ ਮੰਗਾਏ ਹੋਏ ਗੁੰਡਿਆਂ ਦੇ ਰਾਹੀਂ ਫਿਰ ਉਹਨਾਂ ਨੂੰ ਜਿਹੜਾ ਪਟਵਾਉਂਦੇ ਆ। ਜਿਹੜੀ ਇਹਦੇ ਵਿੱਚ ਸਭ ਤੋਂ ਵੱਡੀ ਫਿਕਰਮੰਦੀ ਵਾਲੀ ਗੱਲ ਇਹ ਆ ਕਿ ਇਹ ਜਿਹੜੀਆਂ ਦੁਸ਼ਮਣੀਆਂ ਵੱਡੀਆਂ ਕੀਤੀਆਂ ਜਾ ਰਹੀਆਂ ਨੇ, ਇਹ ਕਿੰਨੀ ਕੁ ਦੇਰ ਬਾਅਦ ਦੇ ਵਿੱਚ ਪੰਜਾਬ ਦੇ ਪਿੰਡਾਂ ਨੂੰ ਭੁਗਤਣੀਆਂ ਪੈਣਗੀਆਂ। ਲੋਕ ਨਹੀਂ ਨਾ ਸਮਝਦੇ ਇਹਨਾਂ ਚੀਜ਼ਾਂ ਨੂੰ ਵੀ ਅਸੀਂ ਕਿਉਂ ਲੜਦੇ ਹਾਂ। ਤੇ ਅੱਗੇ ਸੁਖਬੀਰ ਬਾਦਲ ਦੀ ਜੇ ਗੱਲ ਕਰੀਏ, ਉਸਨੇ ਇੱਕ ਬਿਆਨ ਦਿੱਤਾ, ਕਹਿੰਦਾ ਕਿ ਬੇਅਦਬੀ ਕਰਨ ਵਾਲਿਆਂ ਦਾ ਕੱਖ ਨਾ ਬਚੇ, ਪਰ ਜਿਨ੍ਹਾਂ ਨੇ ਕਰਵਾਈ ਉਹਨਾਂ ਨੂੰ ਫੇਰ ਸੁਖੀ ਰੱਖ ਲਿਆ। ਬਾਘਾ ਪੁਰਾਣਾ ਦੇ ਏਰੀਏ ਦੇ ਵਿੱਚ ਇਹਨਾਂ ਨੇ ਜਿਹੜਾ ਸੀਗਾ ਜੀ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ਕਈਆਂ ਨੂੰ, ਔਰ ਇੱਥੇ ਜਿਹੜਾ ਸੀਗਾ ਜੀ ਚੋਣ ਰੈਲੀਆਂ ਕਰਨ ਦੇ ਵਾਸਤੇ ਇਹਨਾਂ ਨੂੰ ਵੱਖ-ਵੱਖ ਜਿਹੜੇ ਪੈਲੇਸ ਸੀ ਉਹ ਕਰਨੇ ਪਏ। ਪੈਲੇਸ ਇਸ ਕਰਕੇ ਕਰਨੇ ਪਏ ਕਿ ਉੱਥੇ ਫਿਰ ਜਿਹੜਾ ਜੀ ਆਇਡੈਂਟੀਫਾਈ ਕਰਕੇ ਬੰਦੇ ਅੰਦਰ ਜਾਣ ਦਿੱਤੇ ਜਾਂਦੇ ਨੇ। ਓਪਨ ਰੈਲੀਆਂ ਜਿਹੜੀਆਂ ਉਹ ਨਹੀਂ ਹੋਈਆਂ ਕਿਉਂਕਿ ਥਾਂ-ਥਾਂ ਦੇ ਉੱਤੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਬਾਦਲ ਪਰਿਵਾਰ ਨੂੰ, ਔਰ ਇੰਨਾ ਕੁ ਖਿਝਿਆ ਹੋਇਆ ਬਾਦਲ ਪਰਿਵਾਰ ਇਸ ਵੇਲੇ ਇਹਨਾਂ ਸਾਰੀਆਂ ਰੈਲੀਆਂ ਤੋਂ ਕਿ ਉਹਨਾਂ ਨੂੰ ਆਪ ਜਾਣ ਦੀ ਜਗ੍ਹਾ ਦੇ ਉੱਤੇ ਬੱਚਿਆਂ ਨੂੰ ਬਾਹਰ ਕੱਢਣਾ ਪੈ ਰਿਹਾ ਵੀ ਚਲੋ ਹੋ ਸਕਦਾ ਬੱਚਿਆਂ ਦਾ ਵਿਰੋਧ ਜਿਹੜਾ ਉਹ ਨਾ ਹੋਵੇ। ਇੱਥੇ ਜਿਹੜਾ ਸੀਗਾ ਇੱਕ ਇਸੇ ਤਰ੍ਹਾਂ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਹੋਇਆ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਹ ਗੱਲ ਆਖੀ, ਇਹ ਦਾਗ ਧੋਣ ਦੇ ਵਾਸਤੇ ਉਹਨੇ ਬਿਆਨ ਜਿਹੜਾ ਜੀ ਉਹ ਛੱਡਿਆ। ਹਾਲਾਂਕਿ ਇਹ ਬਿਆਨ ਕਿਸੇ ਹੋਰ ਤਰੀਕੇ ਦੇ ਨਾਲ ਬਾਅਦ ਦੇ ਵਿੱਚ ਸਾਹਮਣੇ ਆ ਗਿਆ, ਹੈ ਸ਼ੈਤਾਨੀ ਵਾਲਾ ਬਿਆਨ ਜਿਹੜਾ ਜੀ। ਉਹਨਾਂ ਨੇ ਹਿੱਕ ਤਾਪੜ ਕੇ ਸਹੁੰ ਚੁੱਕਦਿਆਂ ਕਿਹਾ ਕਿ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਦਾ ਖਾਨਦਾਨ ਨਾਸ ਹੋ ਜਾਵੇ ਤੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਉੱਤੇ ਸਿਆਸਤ ਕਰਨ ਵਾਲਿਆਂ ਦਾ ਨਾਸ਼ ਹੋ ਜਾਵੇ। ਪਰ ਉਹਨਾਂ ਨੇ ਇਹ ਕਿਤੇ ਨਹੀਂ ਕਿਹਾ ਕਿ ਧਾਰਮਿਕ ਬੇਅਦਬੀ ਕਰਵਾਉਣ ਵਾਲਿਆਂ ਦਾ ਵੀ ਨਾਸ਼ ਹੋ ਜਾਵੇ। ਸੁਖਬੀਰ ਸਿੰਘ ਬਾਦਲ ਨੇ ਕਿਸੇ ਪਾਰਟੀ ਦਾ ਨਾਂ ਲਏ ਤੇ ਇਹ ਕਿਹਾ ਕਿ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਨ ਵਾਲੇ ਤੇ ਅਕਾਲ ਤਖਤ ਨੂੰ ਢਾਉਣ ਵਾਲੇ 1984 ਦਾ ਕਤਲੇਆਮ ਕਰਨ ਵਾਲੇ ਕੌਣ ਨੇ, ਕਿਉਂਕਿ ਅਕਾਲੀ ਦਲ ਜਿਹੜਾ ਉਹ ਇਸ ਵੇਲੇ 1984 ਦਾ ਮੁੱਦਾ ਹੀ ਉਭਾਰ ਰਿਹਾ। ਉਹ ਇਸ ਕਰਕੇ ਉਭਾਰ ਰਿਹਾ ਕਿ ਉਹਨੂੰ ਲੱਗਦਾ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਦੀ ਕਾਟ 1984 ਦਾ ਕਾਕਾ ਨੀਲਾ ਤਾਰਾ ਤੇ ਸਿੱਖ ਕਤਲੇਆਮ ਹੈ। ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਸਖਤ ਸ਼ਬਦਾਂ ਦੇ ਵਿੱਚ ਜਿਹੜੀ ਜੀ ਉਹ ਨਿਖੇਧੀ ਕੀਤੀ। ਇਹ ਵੀ ਜਿਹੜਾ ਕਿਹਾ ਕਿ ਰਾਜੇ ਦਾ ਹੰਕਾਰ ਤੋੜਨ ਦੇ ਵਾਸਤੇ ਉਹ ਫਿਰੋਜ਼ਪੁਰ ਤੋਂ ਚੋਣ ਮੈਦਾਨ ਦੇ ਵਿੱਚ ਉਤਰੇ, ਔਰ ਇਹ ਵੀ ਕਿਹਾ ਕਿ ਅਸੀਂ ਪਿੰਡਾਂ ਦੇ ਤੇ ਸ਼ਹਿਰਾਂ ਦੇ ਵਿੱਚ ਲੋਕਾਂ ਦੇ ਵਿੱਚ ਵਿਚਰਦੇ ਹਾਂ, ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਲੋਕਾਂ ਦੇ ਵਿੱਚ ਜਿਹੜਾ ਉਹ ਵਿਚਰ ਨਹੀਂ ਸਕਦੇ। ਐਕਚੁਅਲੀ ਪਿਛਲੇ 3 ਦਿਨ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਇਹ ਗੱਲ ਆਖੀ ਸੀ ਕਿ ਜੇ ਗਲਤੀ ਹੋਈ ਆ ਤੇ ਅਸੀਂ ਮਾਫੀ ਮੰਗ ਲਾਂਗੇ। ਉਹਨਾਂ ਦਾ ਜਿਹੜਾ ਇਸ਼ਾਰਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵੱਲ ਸੀ, ਤੇ ਹੁਣ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਇਹ ਕਹਿ ਦੇਣਾ ਕਿ ਜਿਨ੍ਹਾਂ ਨੇ ਬੇਅਦਬੀ ਕੀਤੀ ਆ ਉਹਨਾਂ ਦਾ ਨਾਸ ਹੋ ਜਾਵੇ, ਜਿਨ੍ਹਾਂ ਨੇ ਬੇਅਦਬੀ ਵਾਲੀਆਂ ਘਟਨਾਵਾਂ ਦੇ ਉੱਤੇ ਸਿਆਸਤ ਕੀਤੀ ਆ ਉਹਨਾਂ ਦਾ ਨਾਸ ਹੋ ਜਾਵੇ। ਕੀ ਉਹਦੇ ਵਿੱਚੋਂ ਹੀ ਨਿਕਲਿਆ ਹੋਇਆ ਇੱਕ ਅਗਲਾ ਬਿਆਨ ਹੈ ਜੋ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਦਿੱਤਾ ਸੀਗਾ। ਪਰ ਇਸ ਮਸਲੇ ਦੇ ਉੱਤੇ ਬੇਅਦਬੀ ਕਰਵਾਉਣ ਵਾਲਿਆਂ ਦਾ ਕੀ ਬਣੂਗਾ, ਇਹਦੇ ਉੱਤੇ ਉਹਨਾਂ ਦਾ ਜਿਹੜਾ ਜੀ ਉਹ ਚੁੱਪ ਰਹਿ ਜਾਣਾ। ਇਹ ਇੱਕ ਸ਼ੈਤਾਨੀ ਭਰਿਆ ਬਿਆਨ ਜਿਹੜਾ ਉਹ ਹੋ ਸਕਦਾ। ਕੋਈ ਬੇਅਦਬੀ ਕਰਨ ਆਪ ਨੇਤਾ ਥੋੜ੍ਹੀ ਜਾਂਦਾ। ਹੁਣ ਇਸ ਗੱਲ ਦਾ ਤਾਂ ਉਹ ਜਵਾਬ ਨਹੀਂ ਦੇ ਸਕਦੇ ਕਿ ਕਿੰਨਾ ਸਮਾਂ ਉਹਨਾਂ ਦੀ ਸਰਕਾਰ ਰਹੀ, ਬੇਅਦਬੀ ਕਰਨ ਵਾਲਿਆਂ ਦੇ ਉੱਤੇ ਕਿਹੋ ਜਿਹੀ ਕਾਰਵਾਈ ਉਹਨਾਂ ਨੇ ਕੀਤੀ ਤੇ ਇਹਦੇ ਵਿੱਚ ਕਿੰਨੇ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ। ਇਹ ਮੁੱਦਾ ਆਪ ਹੀ ਜਿਹੜਾ ਜੀ ਇੱਕ ਵਾਰੀ ਹੋਰ ਟੇਢੇ ਢੰਗ ਦੇ ਨਾਲ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਭਖਾ ਲਿਆ। ਬਿਲਕੁਲ ਜੀ, ਜਿਹੜੇ ਪੁੱਛਦੇ ਸੀ ਕਿਉਂ ਹੋਈ ਉਹਨਾਂ ਨੂੰ ਤਾਂ ਗੋਲੀਆਂ ਖਾਣੀਆਂ ਪਈਆਂ। ਤੇ ਅੱਗੇ ਲੱਖਾ ਸਿਧਾਣਾ ਦੀ ਗੱਲ ਕਰਦੇ ਹਾਂ ਕਿ ਉਸ ਦੇ ਉੱਤੇ ਇੱਕ ਕੇਸ ਦਰਜ ਹੋ ਗਿਆ। ਐਕਚੁਅਲੀ ਗੈਂਗਸਟਰ ਦੀ ਜ਼ਿੰਦਗੀ ਜਿਉ ਕੇ ਸਮਾਜ ਸੇਵੀ ਬਣੇ। ਲੱਖਾ ਸਿਧਾਣਾ ਦੇ ਖਿਲਾਫ ਪੁਲਿਸ ਡਿਊਟੀ ਦੇ ਵਿੱਚ ਵਿਘਨ ਪਾਉਣ ਤੇ ਔਰ ਪੁਲਿਸ ਕਰਮੀ ਨੂੰ ਮਾਰਨ ਦੀ ਕੋਸ਼ਿਸ਼ ਕਰਨ ਦੇ ਤਹਿਤ ਲੱਖਾ ਸਿਧਾਣਾ ਦੇ ਖਿਲਾਫ ਲੰਬੀ ਦੇ ਵਿੱਚ ਇੱਕ ਮੁਕੱਦਮਾ ਜਿਹੜਾ ਜੀ ਉਹ ਦਰਜ ਕੀਤਾ ਗਿਆ, ਔਰ ਪੁਲਿਸ ਇਸ ਮਾਮਲੇ 'ਚ ਸਖਤੀ ਦੇ ਰੌਂ ਦੇ ਵਿੱਚ ਕਹੀ ਜਾ ਰਹੀ ਹੈ। ਕਿਹਾ ਗਿਆ ਕਿ 8 ਮਈ ਨੂੰ ਸਿੱਖ ਜਥੇਬੰਦੀਆਂ ਦੇ ਵੱਲੋਂ ਪਿੰਡ ਬਾਦਲ ਦੇ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਘਰ ਦੇ ਮੂਹਰੇ ਧਰਨਾ ਦੇਣਾ ਸੀ, ਜਿਹਦੇ ਵਿੱਚ ਲੱਖਾ ਸਿਧਾਣਾ ਤੇ ਉਹਦੇ ਸਾਥੀ ਵੀ ਪਹੁੰਚੇ ਹੋਏ ਸੀਗੇ। ਇਹਦੇ ਦੌਰਾਨ ਲੰਬੀ ਥਾਣੇ ਦੇ ਵਿੱਚ ਮੁੱਖ ਅਫਸਰ ਇੰਸਪੈਕਟਰ ਬਿਕਰਮਜੀਤ ਸਿੰਘ ਨੇ ਨਾਕਾਬੰਦੀ ਕੀਤੀ ਹੋਈ ਸੀ। ਲੱਖਾ ਸਿਧਾਣਾ ਤੇ ਉਹਦੇ ਕਈ ਸਾਥੀ ਪੁਲਿਸ ਦੇ ਜਿਹੜਾ ਪਰਚਾ ਲਿਖਿਆ ਉਹਦੇ ਵਿੱਚ ਉਹਨਾਂ ਦੇ ਹੱਥਾਂ ਦੇ ਵਿੱਚ ਕਿਰਪਾਨਾਂ ਤੇ ਬਰਛੇ ਫੜੇ ਹੋਏ ਸੀਗੇ। ਜਦੋਂ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਲੱਖਾ ਸਿਧਾਣਾ ਨੇ ਪੁਲਿਸ ਕਰਮਚਾਰੀਆਂ ਦੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਤੇ ਬੈਰੀਕੇਡ ਤੋੜ ਕੇ ਪੁਲਿਸ ਪਾਰਟੀ ਦੇ ਉੱਤੇ ਹਮਲਾ ਕਰ ਦਿੱਤਾ। ਹੁਣ ਕਿਰਪਾਨਾਂ ਤੇ ਬਰਛੇ ਲੈ ਕੇ ਕਿਹੜਾ ਇਹੋ ਜਿਹੇ ਰੋਸ ਸਮਾਗਮ ਦੇ ਵਿੱਚ ਪਹੁੰਚਦਾ। ਇਹ ਵੈਸੇ ਪੰਜਾਬ ਦੇ ਵਿੱਚ
ਪਿਛਲੇ ਕੁਝ ਸਮੇਂ ਦੇ ਦੌਰਾਨ ਤਾਂ ਬਰਛੇ ਵਗੈਰਾ ਜਿਹੜਾ ਜੀ ਉਹ ਨਹੀਂ ਦੇਖੇ। ਬਰਛੇ ਨਿਹੰਗ ਸਿੰਘਾਂ ਦੇ ਹੱਥ ਦੇ ਵਿੱਚ ਕਿਤੇ ਕਿਤੇ ਜ਼ਰੂਰ ਫੜੇ ਹੁੰਦੇ ਆ, ਅਦਰਵਾਈਜ਼ ਬਰਛੇ ਲੈ ਕੇ ਕਿਹੜਾ ਜਿਹੜਾ ਉਹ ਨਿਕਲਦਾ। SHO ਦੇ ਬਿਆਨਾਂ ਦੇ ਉੱਤੇ ਜਿਹੜਾ ਲੰਬੀ ਪੁਲਿਸ ਨੇ ਲੱਖਾ ਸਧਾਣਾ ਤੇ ਉਹਦੇ 60-70 ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਇਰਾਦਾ ਕਤਲ ਦਾ ਮਾਮਲਾ ਤੇ ਅਸਲਾ ਐਕਟ ਦਾ ਮਾਮਲਾ ਜਿਹੜਾ ਜੀ ਉਹ ਦਰਜ ਕਰ ਲਿਆ। ਇਹ ਆਖਿਆ ਗਿਆ ਜੀ ਕਿ ਇਹਨਾਂ ਨੇ ਕਾਨੂੰਨ ਹੱਥ ਦੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ, ਜਿਹਦੀ ਵਜ੍ਹਾ ਕਰਕੇ ਇਹ ਮਾਮਲਾ ਦਰਜ ਕੀਤਾ ਗਿਆ, ਕਿਉਂਕਿ ਇਹ ਉੱਥੋਂ ਦਾ ਜਿਹੜਾ ਪੁਲਿਸ ਚੌਂਕੀ ਇੰਚਾਰਜ ਹੈ ਉਹਦੇ ਬਿਆਨਾਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ। ਅਸਲ ਦੇ ਵਿੱਚ ਇਹ ਹੈ ਕਿ ਲੱਖਾ ਸਧਾਣਾ ਦੇ ਵੱਲੋਂ ਜਿਹੜੇ ਮਸਲੇ ਨੇ ਉਹ ਸਮੇਂ ਦੇ ਉੱਤੇ ਉਭਾਰੇ ਜਾਂਦੇ ਨੇ, ਚਾਹੇ ਉਹ ਪੰਜਾਬੀ ਵਾਲਾ ਜਿਹੜਾ ਜੀ ਉਹ ਮਸਲਾ ਹੈ ਜਾਂ ਇਸ ਤਰ੍ਹਾਂ ਦੇ ਕੁਝ ਹੋਰ ਮਸਲੇ, ਜਿਹਦੇ ਕਰਕੇ ਪੁਲਿਸ ਉਹਦੇ ਤੋਂ ਔਖੀ ਤਾਂ ਹੈਗੀ ਹੈ। ਇਸੇ ਕਰਕੇ ਇੱਕ ਇੰਸਪੈਕਟਰ ਦੇ ਕਹੇ ਦੇ ਉੱਤੇ ਇਹ ਮਾਮਲਾ ਜਿਹੜਾ ਜੀ ਉਹ ਦਰਜ ਕੀਤਾ ਗਿਆ। ਹੁਣ ਗਵਾਹੀਆਂ ਕੌਣ ਹੋਣਗੀਆਂ, ਕੁਝ ਪੁਲਿਸ ਵਾਲੇ ਹੀ ਉਹਦੇ ਵਿੱਚੋਂ ਗਵਾਹ ਜਿਹੜੇ ਉਹ ਰੱਖ ਲਏ ਜਾਣਗੇ ਤੇ ਉਹਦੀ ਗ੍ਰਿਫਤਾਰੀ ਤਕਰੀਬਨ ਹੋਊਗੀ, ਕਿਉਂਕਿ ਇਰਾਦਾ ਕਤਲ ਦੀਆਂ ਗੰਭੀਰ ਧਾਰਾਵਾਂ ਦੇ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ ਜੀ। ਤੇ ਅੱਗੇ ਆਮ ਆਦਮੀ ਪਾਰਟੀ ਦੀ ਜੇ ਗੱਲ ਕਰੀਏ, ਪੰਜਾਬ ਦੇ ਲਈ ਵੱਖਰਾ ਚੋਣ ਮਨੋਰਥ ਪੇਸ਼ ਕੀਤਾ ਗਿਆ। ਦੇਖੋ ਜੀ, ਇਹ ਜਿਹੜਾ ਚੋਣ ਮੈਨੀਫੈਸਟੋ ਆ ਪੰਜਾਬ ਦੇ ਵਾਸਤੇ ਇਹ ਵੱਖਰੇ ਤੌਰ ਦੇ ਉੱਤੇ ਇੱਥੇ ਜਾਰੀ ਕੀਤਾ ਗਿਆ ਜੀ। ਕੌਮੀ ਜਿਹੜਾ ਉਹਦਾ ਚੋਣ ਮੈਨੀਫੈਸਟੋ ਆ ਉਹਦੇ ਤੋਂ ਹਟ ਕੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਇਹ ਆਧਾਰਿਤ 11 ਨਿਕਾਤੀ ਚੋਣ ਮੈਨੀਫੈਸਟੋ ਜਾਰੀ ਕੀਤਾ ਗਿਆ ਆ। ਪਾਰਟੀ ਦੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਨੇ ਇਹ ਜਿਹੜਾ ਜੀ ਕਿਹਾ ਕਿ ਪੰਜਾਬ ਦੇ ਲੋਕ ਜੇ ਉਹਨਾਂ ਦੇ ਉਮੀਦਵਾਰਾਂ ਨੂੰ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜਦੇ ਆ ਤਾਂ ਉਹ 11 ਨਿਕਾਤੀ ਪ੍ਰੋਗਰਾਮ ਨੂੰ ਲਾਗੂ ਕਰਵਾਉਣ ਦੇ ਵਾਸਤੇ ਕੰਮ ਕਰਨਗੇ, ਕਿਉਂਕਿ ਉਹਨਾਂ ਨੇ ਕਿਹਾ ਕਿ ਇਹ ਖੁਸ਼ਹਾਲ ਪੰਜਾਬ ਦਾ ਰੋਡ ਮੈਪ ਹੈ। ਔਰ ਉਹਨਾਂ ਨੇ ਕਿਹਾ ਕਿ ਝੂਠੇ ਵਾਅਦੇ ਜਾਂ ਜੁਮਲੇਬਾਜ਼ੀ ਨਹੀਂ ਕਰ ਰਹੇ, ਸਗੋਂ ਪੰਜਾਬ ਦੇ ਲੋਕਾਂ ਨੂੰ ਖੁਸ਼ਹਾਲ ਬਣਾਉਣ ਦੇ ਵਾਸਤੇ ਇੱਕ ਪੱਕਾ ਜਿਹੜਾ ਇਰਾਦਾ ਰੱਖਦੇ ਨੇ। ਦਿੱਲੀ ਦੇ ਵਿੱਚ 4 ਸਾਲ ਦੀ ਅਰਵਿੰਦ ਕੇਜਰੀਵਾਲ ਸਰਕਾਰ ਤੇ ਸੰਸਦ ਮੈਂਬਰ ਭਗਵੰਤ ਮਾਨ ਦਾ 5 ਸਾਲਾਂ ਦਾ ਰਿਪੋਰਟ ਕਾਰਡ ਲੋਕ ਅਟੈਸ਼ੀ ਇਰਾਦੇ ਜਿਹੜੇ ਉਹ ਆਖੇ ਗਏ ਔਰ ਇਸ ਚੋਣ ਮੈਨੀਫੈਸਟੋ ਦੇ ਵਿੱਚ ਸ਼ਾਮਲ ਜਿਹੜੇ ਕੀਤੇ ਗਏ। ਇਹ ਵੀ ਕਿਹਾ ਕਿ ਉਹ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਉਣ ਤੇ ਕੇਂਦਰ ਸਰਕਾਰ ਨੂੰ ਮਜਬੂਰ ਕਰਨਗੇ। ਉਹਨਾਂ ਨੇ ਇਹ ਵੀ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੇ ਫੂਡ ਪ੍ਰੋਸੈਸਿੰਗ ਮੰਤਰੀ ਹੋਣ ਦੇ ਬਾਵਜੂਦ ਸੂਬੇ ਦੇ ਵਿੱਚ ਕੋਈ ਫੂਡ ਪ੍ਰੋਸੈਸਿੰਗ ਇੰਡਸਟਰੀ ਨਹੀਂ ਲਿਆਂਦੀ ਔਰ ਜਿਹੜੇ ਪਹਾੜੀ ਰਾਜਾਂ ਨੂੰ ਵਿਸ਼ੇਸ਼ ਪੈਕੇਜ ਦੇਣ ਕਰਕੇ ਪੰਜਾਬ ਦੀ ਇੰਡਸਟਰੀ ਤਬਾਹ ਹੋ ਗਈ ਹੈ, ਕਿਉਂਕਿ ਇੱਥੋਂ ਦੇ 20,000 ਉਦਯੋਗ ਜਿਹੜੇ ਆ ਹਿਮਾਚਲ, ਹਰਿਆਣਾ ਤੇ ਜੰਮੂ ਕਸ਼ਮੀਰ ਦੇ ਵਿੱਚ ਚਲੇ ਗਏ ਆ। ਇਸ ਚੋਣ ਮੈਨੀਫੈਸਟੋ ਦੇ ਵਿੱਚ ਨੋਟਬੰਦੀ ਤੇ GST ਨੇ ਕਿਹਾ ਗਿਆ ਕਿ ਹਰ ਪੱਧਰ ਦੇ ਉੱਤੇ ਵਪਾਰੀ ਤੇ ਕਾਰੋਬਾਰੀ ਨੂੰ ਕਰਜ਼ਾਈ ਕਰ ਦਿੱਤਾ। ਵਾਤਾਵਰਨ ਤੇ ਪ੍ਰਦੂਸ਼ਣ ਦਾ ਮਾਮਲਾ ਵੀ ਇਹਦੇ ਵਿੱਚ ਦਰਜ ਕੀਤਾ ਗਿਆ। ਹਵਾ ਪਾਣੀ ਜ਼ਹਿਰੀਲਾ ਹੋਣ ਦੇ ਨਾਲ ਇਹ ਕਿਹਾ ਗਿਆ ਕਿ ਜੀਵਨ ਜਿਹੜਾ ਉਹ ਦਾਅ ਦੇ ਉੱਤੇ ਲੱਗ ਗਿਆ। ਇਹ ਵੀ ਕਿਹਾ ਗਿਆ ਕਿ ਪਹਾੜੀ ਰਾਜਾਂ ਦੀ ਤਰਜ਼ ਦੇ ਉੱਤੇ ਪੰਜਾਬ ਦੇ ਉਦਯੋਗ ਲਈ ਇੱਕ ਦੇਸ਼ ਇੱਕ ਟੈਕਸ ਤਹਿਤ ਸਪੈਸ਼ਲ ਪੈਕੇਜ ਲਈ ਕੇਂਦਰ ਸਰਕਾਰ ਦੇ ਉੱਤੇ ਦਬਾਅ ਬਣਾਇਆ ਜਾਊਗਾ। ਇਹ ਚੋਣ ਮੈਨੀਫੈਸਟੋ ਕਿੰਨਾ ਕੁ ਅਸਰਦਾਰ ਹੁੰਦਾ ਜੀ ਆਮ ਆਦਮੀ ਪਾਰਟੀ ਦੇ ਵਾਸਤੇ, ਇਹ ਤਾਂ ਅਸਲ ਦੇ ਵਿੱਚ ਵੋਟਾਂ ਦੱਸਣਗੀਆਂ ਜੀ। ਪਰ ਇੰਨਾ ਜ਼ਰੂਰ ਹੈ ਕਿ ਸੈਪਰੇਟਲੀ ਇਹ ਜਾਰੀ ਕੀਤਾ ਗਿਆ ਪੰਜਾਬ ਦੇ ਵਾਸਤੇ ਆਮ ਆਦਮੀ ਪਾਰਟੀ ਦੇ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ, ਜਿਹੜਾ ਇੱਕ ਫੌਜੀ ਆ ਤੇਗ ਬਹਾਦਰ, ਤੇ ਉਸ ਦਾ ਨਤੀਜਾ ਆ ਗਿਆ ਕਿ ਉਹ ਚੋਣ ਨਹੀਂ ਲੜ ਸਕੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੇ ਖਿਲਾਫ ਵਾਰਾਣਸੀ ਤੋਂ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਦੇ ਤੌਰ ਦੇ ਉੱਤੇ ਨਾਮਜ਼ਦਗੀ ਦਾਖਲ ਕਰਨ ਵਾਲੇ ਜੀ BSF ਦੇ ਬਰਖਾਸਤ ਜਵਾਨ ਤੇਜ ਬਹਾਦਰ ਨੂੰ ਸੁਪਰੀਮ ਕੋਰਟ ਤੋਂ ਵੀ ਨਿਰਾਸ਼ਾ ਹੱਥ ਲੱਗੀ ਹੈ। ਸੁਪਰੀਮ ਕੋਰਟ ਨੇ ਨਾਮਜ਼ਦਗੀ ਰੱਦ ਕਰਨ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਤੇਜ ਬਹਾਦਰ ਯਾਦਵ ਦੀ ਅਰਜ਼ੀ ਖਾਰਜ ਕਰ ਦਿੱਤੀ ਹੈ ਜੀ। ਚੀਫ ਜਸਟਿਸ ਦੀ ਅਗਵਾਈ ਵਾਲੇ ਬੈਂਚ ਨੇ ਅਪੀਲ ਖਾਰਜ ਕਰਦਿਆਂ ਕਿਹਾ ਹੈ ਕਿ ਉਹਨੂੰ ਤੇਜ ਬਹਾਦਰ ਦੀ ਅਰਜ਼ੀ ਤੇ ਵਿਚਾਰ ਕਰਨ ਦਾ ਕੋਈ ਆਧਾਰ ਨਜ਼ਰ ਨਹੀਂ ਆਉਂਦਾ। ਚੋਣ ਕਮਿਸ਼ਨ ਨੇ 1 ਮਈ ਨੂੰ ਤੇਜ ਬਹਾਦਰ ਦੀ ਨਾਮਜ਼ਦਗੀ ਇਸ ਆਧਾਰ ਤੇ ਰੱਦ ਕਰਤੀ ਕਿ ਉਹਨਾਂ ਨੇ ਲੋਕ ਨੁਮਾਇੰਦਾ ਕਾਨੂੰਨ ਤਹਿਤ ਜ਼ਰੂਰੀ ਸਰਟੀਫਿਕੇਟ ਪੇਸ਼ ਕਰਕੇ ਨਹੀਂ ਦੱਸਿਆ ਕਿ ਉਹਨਾਂ ਨੂੰ ਭ੍ਰਿਸ਼ਟਾਚਾਰ ਜਾਂ ਰਾਸ਼ਟਰ ਪ੍ਰਤੀ ਨਿਸ਼ਠਾ ਨਾ ਰੱਖਣ ਲਈ ਤਾਂ ਬਰਖਾਸਤ ਨਹੀਂ ਕੀਤਾ ਗਿਆ। ਤੇਜ ਬਹਾਦਰ ਨੇ ਕਮਿਸ਼ਨ ਦੇ ਇਸ ਹੁਕਮ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਸੀ। ਇਹਦੀ ਸੁਣਵਾਈ ਦੇ ਦੌਰਾਨ ਕਮਿਸ਼ਨ ਦੇ ਵੱਲੋਂ ਪੇਸ਼ ਸੀਨੀਅਰ ਵਕੀਲ ਨੇ ਕਿਹਾ ਕਿ ਚੋਣ ਪ੍ਰਕਿਰਿਆ ਚੱਲ ਰਹੀ ਹੈ, ਇਹਦੇ ਲਈ ਇਸ ਸਮੇਂ ਅਪੀਲ ਤੇ ਸੁਣਵਾਈ ਨਹੀਂ ਹੋਣੀ ਚਾਹੀਦੀ। ਇਹਦੇ ਨਾਲ ਪ੍ਰਕਿਰਿਆ ਦੂਸ਼ਿਤ ਹੋ ਸਕਦੀ ਹੈ। ਇਸ ਹਾਲਤ ਦੇ ਵਿੱਚ ਮਾਮਲੇ 'ਚ ਚੋਣ ਖਤਮ ਹੋਣ ਤੋਂ ਬਾਅਦ ਅਰਜ਼ੀ ਦਾਖਲ ਕਰਨਾ ਇੱਕ ਉਪਾਅ ਹੈ। ਤੇਜ ਬਹਾਦਰ ਯਾਦਵ ਦੇ ਵੱਲੋਂ ਪੇਸ਼ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਕਿਹਾ
ਤੇ ਚੋਣ ਕਮਿਸ਼ਨ ਨੇ ਗਲਤ ਤਰੀਕੇ ਦੇ ਨਾਲ ਉਹਦੀ ਨਾਮਜ਼ਦਗੀ ਰੱਦ ਕੀਤੀ ਹੈ। ਪਰ ਕੋਰਟ ਨੇ ਉਹਨਾਂ ਦੀਆਂ ਦਲੀਲਾਂ ਤੋਂ ਕੋਰਟ ਪ੍ਰਭਾਵਿਤ ਨਹੀਂ ਹੋਇਆ ਔਰ ਪ੍ਰਸ਼ਾਂਤ ਭੂਸ਼ਣ ਨੇ ਚੋਣਾਂ ਖਤਮ ਹੋਣ ਤੋਂ ਬਾਅਦ ਅਰਜ਼ੀ ਦਾਖਲ ਕਰਨ ਦੀ ਇਜਾਜ਼ਤ ਮੰਗੀ। ਇਹਦੇ ਤੇ ਅਦਾਲਤ ਨੇ ਕਿਹਾ ਕਿ ਉਹਨਾਂ ਨੇ ਜੋ ਕਰਨਾ ਸੀ ਉਹ ਕਰ ਦਿੱਤਾ ਹੈ। ਤੇਜ ਬਹਾਦਰ ਦਾ ਦੋਸ਼ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿੱਤ ਯਕੀਨੀ ਬਣਾਉਣ ਲਈ ਉਹਨਾਂ ਦੀ ਨਾਮਜ਼ਦਗੀ ਰੱਦ ਕੀਤੀ ਗਈ ਹੈ। ਉਹਨੇ ਇਹ ਕਿਹਾ ਕਿ ਉਹਨੂੰ ਸਿਰਫ ਖਰਾਬ ਖਾਣੇ ਦੀ ਸ਼ਿਕਾਇਤ ਕਰਨ ਤੇ ਅਨੁਸ਼ਾਸਨਹੀਣਤਾ ਲਈ ਬਰਖਾਸਤ ਕੀਤਾ ਗਿਆ, ਜਿਹੜਾ ਕਿ ਲੋਕ ਨੁਮਾਇੰਦਾ ਕਾਨੂੰਨ ਦੇ ਤਹਿਤ ਚੋਣ ਲੜਨ 'ਚ ਅੜਿੱਕੇ ਨਹੀਂ ਆਉਂਦਾ। ਇਹਦੇ ਲਈ ਚੋਣ ਕਮਿਸ਼ਨ ਦੇ ਕੋਲੋਂ ਸਰਟੀਫਿਕੇਟ ਲੈਣ ਦੀ ਵੀ ਜ਼ਰੂਰਤ ਜਿਹੜੀ ਉਹ ਨਹੀਂ ਹੈ। ਤਾਂ ਲਗਭਗ ਇਹਦਾ ਜਿਹੜਾ ਰਾਹ ਸੀਗਾ ਜੀ ਤੇਜ ਬਹਾਦਰ ਯਾਦਵ ਦਾ ਬੰਦ ਹੋ ਗਿਆ। ਸਿੱਧੇ ਟੇਢੇ ਤਰੀਕੇ ਦੇ ਨਾਲ ਉਹਨੂੰ ਚੋਣ ਲੜਨ ਤੋਂ ਰੋਕ ਦਿੱਤਾ ਗਿਆ। ਬਿਲਕੁਲ ਜੀ, ਇੰਨਾ ਡਰਿਆ ਸਰਕਾਰ ਕਿਹਦੀ ਆ ਕਿ ਇੱਕ ਫੌਜੀ ਤੋਂ ਡਰ ਗਿਆ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤਾਂ ਸਰੋਤੇ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।